सो मेरे मन 'ਚ ਇਹ ਸੀਗਾ ਕਿ ਜੇ ਉਹ ਧਰਤੀ ਦੇ ਪੁੱਤਰਾਂ ਦਾ ਇੱਦਾਂ ਅਪਮਾਨ ਕਰ ਸਕਦੇ ਆ ਤਾਂ ਮੇਰੇ ਲਈ ਜਿਹੜਾ ਮੇਰਾ ਸਨਮਾਨ ਆ ਉਹ ਸ਼ੋਭਦਾ ਨਹੀਂ ਆ ਮੇਰੇ ਕੋਲ ਕਿ ਮੈਂ ਵੀ ਆਖਰ ਇਸ ਧਰਤੀ ਦਾ ਪੁੱਤਰ ਹਾਂ। ਕਿਉਂਕਿ ਪਹਿਲਾਂ ਇੱਕ ਵਾਰੀ ਸਾਹਿਤ ਅਕੈਡਮੀ ਦੇ ਅਵਾਰਡ ਮੋੜੇ ਗਏ ਸੀ, ਉਦੋਂ ਕਾਫੀ ਮੰਤਰੀਆਂ ਨੇ ਉਸ ਗੱਲ ਦਾ ਬੁਰਾ ਮਨਾਇਆ ਸੀਗਾ ਕਿ ਲੇਕਿਨ ਇਸ ਵਾਰ ਇਸ ਤਰ੍ਹਾਂ ਦਾ ਕੋਈ ਪ੍ਰਤੀਕਰਮ ਨਹੀਂ ਹੋਇਆ ਕਿ ਜਿਹੜੀਆਂ ਮੰਡੀਆਂ ਨੇ ਸਰਕਾਰੀ ਮੰਡੀ, ਜਿਸ ਤਰ੍ਹਾਂ ਸਰਕਾਰੀ ਸਕੂਲ ਖਤਮ ਹੋ ਗਏ ਇਸ ਕਰਕੇ ਕਿ ਪ੍ਰਾਈਵੇਟ ਸਕੂਲਾਂ ਨੇ ਪੂਰਾ ਆਪਣਾ ਜਾਲ ਵਿਛਾ ਲਿਆ। ਸਰਕਾਰੀ ਮੰਡੀਆਂ ਖਤਮ ਹੋਣਗੇ, ਹੋ ਸਕਦਾ ਕਿ ਸ਼ੁਰੂ ਸਾਲਾਂ 'ਚ ਉਹ ਤੁਹਾਡੇ ਕੋਲ ਮਹਿੰਗੇ ਮੁੱਲ 'ਤੇ ਵੀ ਲੈਣ ਕਿ ਉਸ ਗੱਲ ਨੂੰ ਸਥਾਪਿਤ ਕਰ ਲੈਣ, ਲੇਕਿਨ ਹੌਲੀ ਹੌਲੀ ਨਿਸ਼ਾਨਾ ਇਹ ਹੈ ਕਿ ਸਰਕਾਰ ਸੁਰੱਖਿਅਤ ਹੋਣਾ ਚਾਹੁੰਦੀ ਹੈ ਕਿਸਾਨੀ ਦੇ ਭਾਰ ਤੋਂ। ਇਹਨਾਂ ਵਿਸ਼ਾਲ ਇੰਨੇ ਦਿਨਾਂ 'ਤੇ ਫੈਲਿਆ ਹੋਇਆ ਔਰ ਸ਼ਹਾਦਤਾਂ ਦੇ ਬਾਵਜੂਦ ਇੰਨੀ ਚੜ੍ਹਦੀ ਕਲਾ ਤੋਂ ਇਹ ਇੱਕ ਬੇਮਿਸਾਲ ਅੰਦੋਲਨ ਆ ਕਿ ਮਤਲਬ ਲੋਕਾਂ ਨੇ ਆਪਣੀ ਸ਼ਾਇਸਤਗੀ, ਆਪਣਾ ਡਿਸਪਲਿਨ ਦਿਖਾਇਆ ਤੇ ਹੁਣ ਵਾਰੀ ਸਰਕਾਰ ਦੀ ਆ ਕਿ ਉਹ ਵੀ ਸ਼ਾਇਸਤਗੀ ਦਿਖਾਵੇ, ਨਾ ਕਿ ਇਹਨਾਂ ਨੂੰ ਖਾਲਿਸਤਾਨੀ ਕਹਿ ਕੇ ਜਾਂ ਟੁਕੜੇ ਟੁਕੜੇ ਗੈਂਗ ਕਹਿ ਕੇ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇ। जी लगातार किसान अंदोलन की जिथे कवरेज दिखा रहे हैं, तुसी देख रहे हो कि जिथे किसान आगू वड्डे वड्डे प्रोग्राम पेश कर रहे हैं। किसान आगू वालों बेनती की गई सी कि जेडे वड्डे वड्डे जो कवि ने, जो वड्डे वड्डे जो साडे जिन्हां ने जो प्राप्तियां कई कीतियां, जो खिलाड़ी ने या किसी होर फील्ड दे विच जो उन्होंने काम किया, जो लेखक ने, राइटर ने, कुछ होर वड्डे काम किए ने, जिन्होंने भी जो अवार्ड मिले ने, ਜਿਹੜੇ भी अवार्ड मिले ने, पद्म विभूषण है या पद्म भूषण है या पद्म श्री है, सो उन्होंने वो अवार्ड सरकार नू विरोध वजो जो है वापस करने वास्ते बेनती की गई सी। सो किसान आगुआं दी उस बेनती नू प्रवान करते हुए उस एक मुहिम के तहत सुरजीत पात्र साडे नाल मौजूद ने, वड्डे मशहूर कवि ने जिन्हां ने कि पद्म श्री जिन्हां नू अवार्ड मिलिया सीगा, वड्डे कवि होने दे करके उन्होंने अपना अवार्ड मोड़िया है। सो साडे नाल मौजूद ने, उन्हां नाल असीं गलबात करदे हां जी, गुरफतह दी सांझ करदे हां जी। वाहिगुरू जी का खालसा, वाहिगुरू जी की फतेह। की कहना चाहोगे? पहले तो जानना चाहांगे कि केड़ा अवार्ड तुहानू मिलिया सी, कदों मिलिया सी और किस गल ते मिलिया सी? सो ये मेरा 2012 ਦੇ ਵਿੱਚ ਮੈਨੂੰ ਮਿਲਿਆ ਸੀਗਾ। ਇਹ ਸੀਗਾ ਮੇਰੀ ਸਾਹਿਤ ਔਰ ਐਜੂਕੇਸ਼ਨ ਦੇ ਖੇਤਰ ਵਿੱਚ ਯੋਗਦਾਨ ਲਈ ਮੈਨੂੰ ਪ੍ਰਾਪਤ ਹੋਇਆ ਸੀ। ठीक है जी। तो ਹੁਣ ਮਸਲਾ ਇਹ ਸੀਗਾ ਕਿ ਜਿਸ ਤਰ੍ਹਾਂ ਪਦਮ ਸ਼੍ਰੀ ਕਿ ਜਦੋਂ ਆਪਾਂ ਦੇਖਿਆ ਜਿਸ ਤਰ੍ਹਾਂ ਕਿਸਾਨ ਅੰਦੋਲਨ ਪੰਜਾਬ ਵਿੱਚ ਰੇਲਵੇ ਟਰੈਕਸ ਤੇ ਜਾਂ ਫਿਰ ਉਹਦੇ ਰੇਲਵੇ ਟਰੈਕ ਦੇ ਕੰਢਿਆਂ ਤੇ ਔਰ ਕਿਸਾਨਾਂ ਨੇ ਬਹੁਤ ਦੇਰ ਤੋਂ ਇਹ ਸੰਘਰਸ਼ ਕਰ ਰਹੇ ਸੀਗੇ, ਪਰ ਜੋ ਉਹਨਾਂ ਬਾਰੇ ਸਰਕਾਰ ਦਾ ਰਵੱਈਆ ਸੀ ਉਹ ਸੀਗਾ ਬਹੁਤ बेकदरी वाला और बहुत संवेदनहीनता वाला। तो एक तरह का अपमान सी वो अपने अन्नदातियां दा कर रहे। सो मेरे मन 'ਚ ਇਹ ਸੀਗਾ ਕਿ ਜੇ ਉਹ ਧਰਤੀ ਦੇ ਪੁੱਤਰਾਂ ਦਾ ਇੱਦਾਂ ਅਪਮਾਨ ਕਰ ਸਕਦੇ ਆ ਤਾਂ ਮੇਰੇ ਲਈ ਜਿਹੜਾ ਮੇਰਾ ਸਨਮਾਨ ਆ ਉਹ ਸ਼ੋਭਦਾ ਨਹੀਂ ਆ ਮੇਰੇ ਕੋਲ ਕਿ ਮੈਂ ਵੀ ਆਖਰ ਇਸ ਧਰਤੀ ਦਾ ਪੁੱਤਰ ਹਾਂ, ਧਰਤੀ ਦਾ ਜਾਇਆ। ਸੋ ਇਹ ਬੁਨਿਆਦੀ ਭਾਵਨਾ ਸੀ ਮੇਰੇ ਮਨ ਵਿੱਚ ਕਿ ਜੇ ਉਹਨਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਤੇ ਸਾਹਿਤਕਾਰਾਂ ਨੂੰ ਸਨਮਾਨਿਤ ਨਹੀਂ ਹੋਣਾ ਚਾਹੀਦਾ ਹੈ ਇਸ ਪ੍ਰਸੰਗ ਤੇ। ਠੀਕ ਹੈ, ਤੇ ਕਦੋਂ ਕਿੰਨੀ ਤਰੀਕ ਨੂੰ ਤੁਸੀਂ ਅਵਾਰਡ ਮੋੜਿਆ? ਇਹ 7 ਦਸੰਬਰ ਨੂੰ ਐਲਾਨ ਕੀਤਾ ਸੀਗਾ ਤੇ ਫਿਰ ਬਾਅਦ 'ਚ ਮੈਂ ਉਹਨਾਂ ਨੂੰ ਖਤ ਲਿਖਿਆ ਰਾਸ਼ਟਰਪਤੀ ਨੂੰ, ਜਿਸ 'ਚ ਅਸੀਂ ਕਹਿੰਦੇ ਕਿ ਮੈਂ ਇਸ ਕਰਕੇ ਮੋੜ ਰਿਹਾ ਕਿ ਜਿਸ ਬੇਕਦਰੀ ਨਾਲ ਇਸ ਅੰਦੋਲਨ ਨੂੰ ਕੁਚਲਣ ਦੀ ਜਾਂ ਇਹਨਾਂ ਲੋਕਾਂ ਨੂੰ ਗੁੰਮਰਾਹ ਕਹਿਣ ਦੀ ਜਾਂ ਇਹਨਾਂ ਨੂੰ ਖਾਲਿਸਤਾਨੀ ਜਾਂ ਟੁਕੜੇ ਟੁਕੜੇ ਗੈਂਗ ਕਹਿਣ ਵਰਗੀ ਗੱਲਾਂ ਕਿ ਉਹਨਾਂ ਦਾ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ। ਸੋ ਉਸ ਠੇਸ ਵਜੋਂ ਮੈਂ ਆਪਣਾ ਇਹ ਪਦਮ ਸ਼੍ਰੀ ਸਨਮਾਨ ਵਾਪਸ ਕਰਨਾ ਚਾਹੁੰਦਾ। ਠੀਕ ਹੈ, ਜੋ ਤੁਸੀਂ ਅਵਾਰਡ ਵਾਪਸ ਕੀਤਾ ਕਿਸ ਤਰੀਕੇ ਦੇ ਰਿਐਕਸ਼ਨ ਤੁਹਾਨੂੰ ਕੋਈ ਸਰਕਾਰ ਵੱਲੋਂ ਜਾਂ ਮੀਡੀਆ ਵੱਲੋਂ, ਤੁਹਾਡੇ ਸੰਗੀ ਸਾਥੀਆਂ ਵੱਲੋਂ ਜਾਂ ਹੋਰ ਲੋਕਾਂ ਵੱਲੋਂ ਮਿਲੇ ਸੀ? ਸਰਕਾਰ ਵੱਲੋਂ ਕੋਈ ਰਿਐਕਸ਼ਨ ਨਹੀਂ। ਸਰਕਾਰ
ਨੇ ਇਸ ਗੱਲ ਨੂੰ ਮੇਰੇ ਖਿਆਲ 'ਚ ਉਹਨਾਂ ਲਈ ਕਿਉਂਕਿ ਪਹਿਲਾਂ ਇੱਕ ਵਾਰੀ ਸਾਹਿਤ ਅਕੈਡਮੀ ਦੇ ਅਵਾਰਡ ਮੋੜੇ ਗਏ ਸੀ, ਉਦੋਂ ਕਾਫੀ ਮੰਤਰੀਆਂ ਨੇ ਉਸ ਗੱਲ ਦਾ ਬੁਰਾ ਮਨਾਇਆ ਸੀਗਾ ਕਿ ਲੇਕਿਨ ਇਸ ਵਾਰ ਇਸ ਤਰ੍ਹਾਂ ਦਾ ਕੋਈ ਪ੍ਰਤੀਕਰਮ ਨਹੀਂ ਹੋਇਆ। ਤੋ ਬਾਕੀ ਸਾਹਿਤਕ ਹਲਕਿਆਂ ਵਿੱਚ ਬਹੁਤ ਸਾਰੇ ਕਵੀਆਂ ਨੇ ਹੋਰ ਵੀ, ਜਿਵੇਂ ਆਪਣੇ ਡਾਕਟਰ ਸਵਰਾਜ ਵੀਰ, ਮੋਹਨਜੀਤ, ਜਸਵਿੰਦਰ, ਉਹਨਾਂ ਨੇ ਸਾਹਿਤ ਅਕੈਡਮੀ ਪੁਰਸਕਾਰ ਇਸ ਦੌਰਾਨ ਵਾਪਸ ਕੀਤੇ। ਠੀਕ ਹੈ। ਤੋ ਸਾਹਿਤਕ ਹਲਕਿਆਂ ਨੇ ਇਸ ਗੱਲ ਨੂੰ ਇਹਦੀ ਮਹਿਸੂਸ ਕਰਦਾ ਕਿ ਅਸੀਂ ਵੀ ਤਾਂ ਹੀ ਆਪਣੇ ਲੋਕਾਂ 'ਚ ਸ਼ਾਮਲ ਹੋ ਸਕਦੇ ਹਾਂ ਜੇ ਅਸੀਂ ਉਹਨਾਂ ਦੇ ਦੁੱਖ ਸੁੱਖ ਨੂੰ ਮਹਿਸੂਸ ਕਰਾਂਗੇ। ਤੇ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦਾ ਕੋਈ ਪ੍ਰੈਸ਼ਰ ਕ੍ਰੀਏਟ ਹੋ ਰਿਹਾ ਹੈ ਜਾਂ ਨਹੀਂ, ਕਿਉਂਕਿ ਲਗਾਤਾਰ ਸਰਕਾਰ ਦਾ ਰੁਖ ਜਿਹੜਾ ਕੋਈ ਬਹੁਤ ਕਿਸਾਨਾਂ ਪੱਖੀ ਲੱਗ ਨਹੀਂ ਰਿਹਾ, ਅੰਦਰੋਂ ਅੰਦਰ ਹੀ ਕਹਿੰਦੇ ਨੇ ਕਿ ਬਈ ਅਸੀਂ ਤੇ ਕਿਸਾਨਾਂ ਦਾ ਭਲਾ ਸੋਚ ਰਹੇ ਹਾਂ। ਤੁਹਾਨੂੰ ਕਿਉਂ ਲੱਗਦਾ ਤੁਸੀਂ ਆਪਣਾ ਐਡਾ ਵੱਡਾ ਜੋ ਅਵਾਰਡ ਇੰਨੀ ਮਿਹਨਤ ਨਾਲ ਤੁਸੀਂ ਜੋ ਅਰਜ ਕੀਤਾ ਸੀਗਾ ਹੈ ਨਾ, ਅਰਜਿਤ ਕੀਤਾ ਸੀਗਾ, ਉਹਨੂੰ ਤੁਸੀਂ ਕਿਸਾਨੀ ਅੰਦੋਲਨ ਦੇ ਵਿਰੋਧ ਵਜੋਂ ਜਿਹੜਾ ਹੈਗਾ ਕਿਸਾਨੀ ਅੰਦੋਲਨ ਦਾ ਸਹਿਮਤੀ ਪ੍ਰਗਟਾਉਂਦੇ ਹੋਏ ਕਿਸਾਨੀ ਬਿੱਲਾਂ ਦੇ ਵਿਰੋਧ ਵਿੱਚ ਜੋ ਤੁਸੀਂ ਉਹਨੂੰ ਵਾਪਸ ਮੋੜਿਆ ਹੈਗਾ, ਤੁਹਾਨੂੰ ਅੰਦਰੋਂ ਕਿਉਂ ਲੱਗਾ ਕਿ ਵੀ ਇਹ ਵਾਕਈ ਇਹ ਕਿਸਾਨ ਮਾਰੂ ਨੇ? ਕਿਹੜੀ ਐਸੀ ਗੱਲ ਨੇ ਵਿੱਚ ਤੁਹਾਨੂੰ ਖਿੱਚਿਆ ਕਿ ਮੈਨੂੰ ਅਵਾਰਡ ਵਾਪਸ ਕਰਨਾ ਚਾਹੀਦਾ? ਦੇਖੋ, ਇਹੋ ਮਾਰੂ ਇਸ ਤਰ੍ਹਾਂ ਨੇ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਜਿਹੜੇ ਕਿਸਾਨਾਂ ਦੇ ਭਲੇ ਲਈ ਨਹੀਂ ਬਣੇ, ਇਹੋ ਆਪਾਂ ਜਿਹਨੂੰ ਕਹਿੰਦੇ ਕਿ ਕਾਰਪੋਰੇਟਸ ਜਾਂ ਜਿਹੜੇ ਵੱਡੇ ਘਰਾਣੇ ਉਹਨਾਂ ਦੇ ਫਾਇਦੇ ਲਈ, ਜਾਂ ਉਹਨਾਂ ਨੂੰ, ਕਿਉਂਕਿ ਜਿੰਨਾ ਉਹਨਾਂ ਨੂੰ ਅਸੀਮ ਹੋਲਡਿੰਗ ਦਾ ਹੱਕ ਹੈ ਕਿ ਤੁਸੀਂ ਜਿੰਨਾ ਮਰਜ਼ੀ ਹੋਲਡ ਕਰ ਲਓ ਜਾਂ ਜਿੰਨੀ ਦੇਰ ਮਰਜ਼ੀ ਤੱਕ ਫਸਲ ਨੂੰ ਤੁਸੀਂ ਹੋਲਡ ਕਰੀ ਰੱਖੋ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਨਾਮੁਖੀ ਗੱਲ ਹੈ ਕਿ ਜਿਹੜੀ ਇੰਨੀ ਹੋਲਡਿੰਗ ਹੋਏਗੀ ਉਹ ਕਿਸਾਨ ਕੋਲੋਂ ਸਸਤੇ ਭਾਅ ਲੈਣਗੇ ਔਰ ਫਿਰ ਉਹਦਾ ਭੰਡਾਰ ਕਰਕੇ ਫਿਰ ਉਹ ਗਾਹਕਾਂ ਲਈ ਵੀ ਮਹਿੰਗੇ ਹੋਣਗੇ। ਤੋ ਦੂਜੀ ਗੱਲ ਇਹ ਹੈ ਕਿ ਜਿਹੜੀ ਬੁਨਿਆਦੀ ਗੱਲ ਹੈ ਕਿ ਜਿਹੜੀਆਂ ਮੰਡੀਆਂ ਨੇ, ਸਰਕਾਰੀ ਮੰਡੀ, ਜਿਸ ਤਰ੍ਹਾਂ ਸਰਕਾਰੀ ਸਕੂਲ ਖਤਮ ਹੋ ਗਏ ਇਸ ਕਰਕੇ ਕਿ ਪ੍ਰਾਈਵੇਟ ਸਕੂਲਾਂ ਨੇ ਪੂਰਾ ਆਪਣਾ ਜਾਲ ਵਿਛਾ ਲਿਆ, ਉਹਦੇ ਕਰਕੇ ਸਰਕਾਰੀ ਸਕੂਲ ਜਦ ਕਿ ਉੱਥੇ ਬਿਹਤਰ ਟੀਚਰ ਨੇ, ਉੱਥੇ ਯਾਨੀ ਜਿਹੜੀ ਕੁਆਲੀਫਾਈਡ ਵੱਧ ਨੇ, ਲੇਕਿਨ ਉਹਨਾਂ ਨੇ ਜਿਹੜੇ ਕਨਵੈਂਟ ਸਕੂਲ ਨੇ ਜਾਂ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨੇ ਸਿਰਫ ਇੰਗਲਿਸ਼ ਦੇ ਜ਼ੋਰ ਤੇ ਉਹਨੂੰ ਮਤਲਬ ਉਹ ਛਾ ਗਏ ਔਰ ਬਹੁਤ ਸਾਰੀਆਂ ਫੀਸਾਂ ਬੱਚਿਆਂ ਦੀਆਂ, ਔਰ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਰਹਿ ਗਿਆ ਕਿ ਕੋਈ ਸਰਕਾਰੀ ਕਰਮਚਾਰੀ ਸਰਕਾਰੀ ਸਕੂਲ 'ਚ ਆਪਣਾ ਬੱਚਾ ਨਹੀਂ ਪੜ੍ਹਾਉਂਦਾ ਕਿ ਉਹ ਨੌਕਰੀ ਸਰਕਾਰ ਦੀ ਕਰਨਗੇ ਲੇਕਿਨ ਬੱਚੇ ਸਰਕਾਰੀ ਸਕੂਲ 'ਚ ਨਹੀਂ ਪੜ੍ਹਾਉਣਗੇ। ਸੋ ਇੱਦਾਂ ਹੀ ਸਰਕਾਰੀ ਮੰਡੀਆਂ ਦਾ ਹਾਲ ਹੋਣਾ ਜਦੋਂ ਇਹ ਲਾਗੂ ਹੁੰਦੇ ਆ, ਸਰਕਾਰੀ ਮੰਡੀਆਂ ਖਤਮ ਹੋਣਗੇ। ਹੋ ਸਕਦਾ ਕਿ ਸ਼ੁਰੂ ਸਾਲਾਂ 'ਚ ਉਹ ਤੁਹਾਡੇ ਕੋਲ ਮਹਿੰਗੇ ਮੁੱਲ 'ਤੇ ਵੀ ਲੈਣ ਕਿ ਉਸ ਗੱਲ ਨੂੰ ਸਥਾਪਿਤ ਕਰ ਲੈਣ, ਲੇਕਿਨ ਹੌਲੀ ਹੌਲੀ ਨਿਸ਼ਾਨਾ ਇਹ ਹੈ ਕਿ ਸਰਕਾਰ ਸੁਰੱਖਿਅਤ ਹੋਣਾ ਚਾਹੁੰਦੀ ਹੈ ਕਿਸਾਨੀ ਦੇ ਭਾਰ ਤੋਂ, ਕਿ ਅਸੀਂ ਬਸ ਇਹਨਾਂ ਨੂੰ ਉਹਨਾਂ ਦੇ ਰਹਿਮ ਤੇ ਛੱਡ ਦਈਏ, ਸਾਨੂੰ ਨਾ ਇਹ ਖਰੀਦਣੇ ਪੈਣ, ਨਾ ਇਹਨਾਂ ਨੂੰ ਕੋਈ ਜਿਹੜੀ ਆਪਾਂ ਕਹਿੰਦੇ ਕਿ ਬੇਸਿਕ ਨਾ ਮਿਨੀਮਮ ਸਪੋਰਟ ਪ੍ਰਾਈਸ ਦੇਣੀ ਪਵੇ, ਕਿ ਅਸੀਂ ਇੱਕ ਤਰ੍ਹਾਂ ਸੁਰੱਖਿਅਤ ਹੋ ਜਾਈਏ ਤੇ ਸਾਡਾ ਸਿਰਫ ਉਹ ਜਾਣਨ, ਘਰਾਣੇ ਜਾਣਨ ਤੇ ਕਿਸਾਨ ਜਾਣੇ, ਯਾਨੀ ਕਿਸਾਨਾਂ ਨੂੰ ਉਹਨਾਂ ਦੇ ਰਹਿਮ ਤੇ ਛੱਡਣ ਦੀ ਇੱਕ ਤਰਕੀਬ ਆ। ਔਰ ਬਦਲੇ ਵਿੱਚ ਜਿਹੜੇ ਘਰਾਣੇ ਨੇ ਉਹ ਇਹਨਾਂ ਨੂੰ ਚੋਣਾਂ 'ਚ ਪੈਸੇ ਦੇਣਗੇ, ਆਪਣੀ ਮਰਜ਼ੀ ਦੀ ਸਰਕਾਰ ਲਿਆਉਣਗੇ। ਸੋ ਇੱਕ ਇਸ ਤਰ੍ਹਾਂ ਦਾ ਸਮਝ ਲਓ ਇਹ ਸੀਕੁਐਂਸ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਹੁਣ ਸੋਲੂਸ਼ਨ ਤੁਸੀਂ ਕਿੱਦਾਂ ਦੇਖਦੇ ਹੋ, ਇਹਦਾ ਕੀ ਸੋਲੂਸ਼ਨ ਹੋ ਸਕਦਾ ਹੈ ਆਗਾਮੀ ਦਿਨਾਂ ਦੇ ਵਿੱਚ, ਕਿਉਂਕਿ ਸੰਘਰਸ਼ ਲਗਾਤਾਰ ਤਿੱਖਾ ਹੋਈ ਜਾ ਰਿਹਾ, ਦੂਜੇ ਪਾਸੇ ਸਰਕਾਰ ਵੱਲੋਂ ਕੋਈ ਪੋਜ਼ਿਟਿਵ ਰੁਖ ਸਾਹਮਣੇ ਦਿੰਦਾ ਨਹੀਂ ਪਿਆ, ਤੁਹਾਨੂੰ ਕੀ ਲੱਗਦਾ ਕਿਸ ਤਰੀਕੇ ਸੋਲੂਸ਼ਨ ਹੋ ਸਕਦਾ? ਦੋ ਸਤਰਾਂ ਦਾ ਹੀ ਸੋਲੂਸ਼ਨ ਸਮਝਦਾ ਕਿ ਲੋਕਾਂ ਨੇ ਆਪਣੀ ਪੂਰੀ ਸ਼ਾਇਸਤਗੀ ਦਿਖਾਈ ਆ ਕਿ ਇਸ ਅੰਦੋਲਨ ਦੀਆਂ ਦੁਨੀਆ 'ਚ ਵੀ ਗੱਲਾਂ ਹੋ ਰਹੀਆਂ ਕਿ ਇੰਨਾ ਸ਼ਾਂਤਮਈ, ਇੰਨਾ ਵਿਸ਼ਾਲ ਇੰਨੇ ਦਿਨਾਂ ਤੇ ਫੈਲਿਆ ਹੋਇਆ ਔਰ ਸ਼ਹਾਦਤਾਂ ਦੇ ਬਾਵਜੂਦ ਇੰਨੀ ਚੜ੍ਹਦੀ ਕਲਾ, ਤੋ ਇਹ ਇੱਕ ਬੇਮਿਸਾਲ ਅੰਦੋਲਨ ਆ ਕਿ ਮਤਲਬ ਲੋਕਾਂ ਨੇ ਆਪਣੀ ਸ਼ਾਇਸਤਗੀ, ਆਪਣਾ ਡਿਸਪਲਿਨ ਦਿਖਾਇਆ ਤੇ ਹੁਣ ਵਾਰੀ ਸਰਕਾਰ ਦੀ ਆ ਕਿ ਉਹ ਵੀ ਸ਼ਾਇਸਤਗੀ ਦਿਖਾਵੇ, ਨਾ ਕਿ ਇਹਨਾਂ ਨੂੰ ਖਾਲਿਸਤਾਨੀ ਕਹਿ ਕੇ ਜਾਂ ਟੁਕੜੇ ਗੈਂਗ ਕਹਿ ਕੇ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇ। ਤੋ ਮੈਂ ਤਾਂ ਇਹ ਕਿਹਾ ਸੀ ਕਿ ਪ੍ਰਧਾਨ ਮੰਤਰੀ ਅਕਸਰ ਕਹਿੰਦੇ ਆ ਕਿ ਜਿਹੜਾ ਭਾਰਤ ਆ ਉਹ ਵਿਸ਼ਵ ਗੁਰੂ ਬਣੂਗਾ, ਤੋ ਮੈਂ ਕਿਹਾ ਸੀ ਇਹ ਵਿਸ਼ਵ ਗੁਰੂ ਬਣਨ ਦਾ ਬਹੁਤ ਵਧੀਆ ਮੌਕਾ ਹੈ ਕਿਉਂਕਿ ਲੋਕਾਂ ਨੇ ਤਾਂ ਦਿਖਾਤਾ ਕਿ ਅਸੀਂ ਕਿੰਨੀ ਅੱਛੀ ਪ੍ਰਜਾ ਹਾਂ, ਕਿ ਲੋਕਾਂ ਦੇ ਡਿਸਪਲਿਨ ਦੀਆਂ ਦੁਨੀਆ 'ਚ ਗੱਲਾਂ ਹੁੰਦੀਆਂ। ਹੁਣ ਤੁਸੀਂ ਅਮਰੀਕਾ ਦਾ ਕੱਲ੍ਹ ਦੇਖਿਆ ਕਿ ਅਮਰੀਕਾ 'ਚ ਲੋਕਾਂ ਨੇ ਕਿਸ ਤਰ੍ਹਾਂ ਦੀ ਹਿੰਸਾ ਨਾਲ ਆਪਣਾ ਦੁੱਖ ਪ੍ਰਗਟ ਕੀਤਾ। ਤੋ ਪਰ ਇਹ ਜਿਹੜਾ ਅੰਦੋਲਨ ਸੀਗਾ ਇਹ ਆਪਣੀ ਸ਼ਾਂਤਮਈਤਾ ਨਾਲ ਆਪਣੇ ਜ਼ਬਤ ਕਰਕੇ
ਦੁਨੀਆ 'ਚ ਇਹਦੀ ਚਰਚਾ ਹੋਈ ਆ ਤੋ ਕਿ ਲੋਕਾਂ ਨੇ ਦਿਖਾਤਾ ਕਿ ਅਸੀਂ ਕਿੰਨੇ ਲੋਕ ਇੱਕ ਪਰਜਾ ਦੇ ਤੌਰ ਤੇ ਅਸੀਂ ਕਿੰਨੇ ਸ਼ਾਇਸਤ ਹਾਂ। ਜੇ ਪ੍ਰਧਾਨ ਮੰਤਰੀ ਵੀ ਇਹ ਦਿਖਾ ਦੇਣ ਕਿ ਮੈਂ ਬੇਸ਼ੱਕ ਕਿਤੇ ਨਹੀਂ ਝੁਕਿਆ ਪਰ ਹੁਣ ਮੈਂ ਧਰਤੀ ਪੁੱਤਰਾਂ ਸਾਹਮਣੇ ਝੁਕਦਾ ਜਾਂ ਧਰਤੀ ਸਾਹਮਣੇ ਝੁਕਦਾ ਤੋ ਉਹਦਾ ਵੀ ਪੋਲੀਟੀਕਲ ਕੱਦ ਮੇਰੇ ਖਿਆਲ 'ਚ ਉੱਚਾ ਹੀ ਹੋਊਗਾ ਕਿ ਉਸ ਗੱਲ ਨਾਲ ਭਾਰਤ ਵਿਸ਼ਵ ਗੁਰੂ ਬਣ ਜਾਊਗਾ ਕਿ ਇੱਥੇ ਲੋਕ ਇੱਦਾਂ ਅੰਦੋਲਨ ਕਰਦੇ ਨੇ ਔਰ ਸਰਕਾਰਾਂ ਵੀ ਉਸ ਅੰਦੋਲਨ ਦੀ ਕਦਰ ਕਰਦੀਆਂ ਨੇ ਕਿ ਹਾਂ ਕਿ ਇੰਨੇ ਦੁੱਖ ਸਹਿ ਰਹੇ ਨੇ, ਇੰਨੇ ਡਿਸਪਲਿਨ 'ਚ ਰਹਿ ਰਹੇ ਤੇ ਸਾਨੂੰ ਵੀ ਬਦਲੇ 'ਚ ਕੋਈ ਸ਼ਾਇਸਤਗੀ ਕੋਈ ਇਨਸਾਫ ਦਿਖਾਉਣਾ ਚਾਹੀਦਾ। ਜੀ ਬਿਲਕੁਲ, ਸੁਰਜੀਤ ਪਾਤਰ ਸਾਡੇ ਨਾਲ ਮੌਜੂਦ ਸੀਗੇ ਔਰ ਉਹਨਾਂ ਨੇ ਆਪਣੇ ਵਿਚਾਰ ਦੱਸੇ ਕਿ ਕਿਉਂ ਉਹਨਾਂ ਨੇ ਜੋ ਆਪਣੇ ਇਸ ਅੰਦੋਲਨ ਦੇ ਸਮਰਥਨ ਦੇ ਵਿੱਚ ਜਿਹੜਾ ਹੈਗਾ ਆਪਣਾ ਪਦਮ ਸ਼੍ਰੀ ਬੜਾ ਵੱਡਾ ਅਵਾਰਡ ਹੁੰਦਾ ਸੰਗਤ ਜੀ, ਬੜੀ ਮਿਹਨਤ ਕਰਨੀ ਪੈਂਦੀ ਹੈ, ਆਪਣਾ ਖੂਨ ਪਸੀਨਾ ਇੱਕ ਕਰਕੇ ਔਰ ਬੜੇ ਮਤਲਬ ਕਿੰਨੀ ਜ਼ਿਆਦਾ ਮਿਹਨਤ ਕਰਨੀ ਹੋਏਗੀ ਕਿ ਦੇਸ਼ ਦਾ ਰਾਸ਼ਟਰਪਤੀ ਤੁਹਾਨੂੰ ਰਿਕਮੈਂਡ ਕਰੇ ਕਿ ਵੀ ਇਸ ਬੰਦੇ ਨੂੰ ਅਸੀਂ ਅਵਾਰਡ ਦੇਣਾ। ਐਡਾ ਵੱਡਾ ਅਵਾਰਡ ਹੁੰਦਾ ਹੈਗਾ ਤੇ ਇੰਨੀ ਮਿਹਨਤ ਨਾਲ ਜੇ ਅਰਜ ਕੀਤਾ ਹੋਇਆ ਅਵਾਰਡ ਕਿਸ ਤਰੀਕੇ ਕਿਸਾਨੀ ਹੱਕ ਹਕੂਕਾਂ ਦੀ ਮੰਗ ਵਾਸਤੇ ਜੋ ਸੁਰਜੀਤ ਪਾਤਰ ਜੀ ਨੇ ਜੋ ਮੋੜਿਆ ਹੈਗਾ ਬੜੀ ਇੱਕ ਵੱਡੀ ਕੁਰਬਾਨੀ ਹੈਗੀ ਆ। ਸੋ ਇਸ ਦੇ ਬਾਵਜੂਦ ਵੀ ਜੇ ਮੈਨੂੰ ਲੱਗਦਾ ਹੈ ਕਿ ਬਈ ਜੇ ਨਾ ਸੋਚਣ ਤਾਂ ਪਤਾ ਨਹੀਂ ਫਿਰ ਕੀ ਹੋ ਸਕਦਾ। ਆਖਰੀ ਸਵਾਲ ਰਹੇਗਾ, ਲਗਾਤਾਰ ਮੀਡੀਆ ਦੇ ਵਿੱਚ ਇਹ ਗੱਲਾਂ ਕਹੀ ਜਾਂਦੀ ਕਿ ਇਹ ਫਲਾਣਾ ਗੈਂਗ ਟੁਕੜੇ ਗੈਂਗ ਅਵਾਰਡ ਵਾਪਸੀ ਗੈਂਗ ਹੈ ਨਾ, ਹੁਣ ਉਹਨਾਂ ਦੇ ਹਿਸਾਬ ਨਾਲ ਤੁਹਾਡਾ ਵੀ ਨਾਮ ਉਸ ਅਵਾਰਡ ਵਾਪਸੀ ਗੈਂਗ ਦੇ ਵਿੱਚ ਸ਼ਾਮਲ ਹੋ ਗਿਆ, ਹੁਣ ਤੁਹਾਨੂੰ ਵੀ ਉਸੇ ਲਿਸਟ ਦੇ ਵਿੱਚ ਉਹਨਾਂ ਨੇ ਵੇਖਣਾ ਸ਼ੁਰੂ ਕਰਤਾ ਤੇ ਤੁਹਾਨੂੰ ਕਹਿੰਦੇ ਵੀ ਹੋਣਗੇ ਮੀਡੀਆ ਵੱਲੋਂ ਕਈ ਫੋਨ ਕਰਕੇ ਤੁਹਾਨੂੰ ਪ੍ਰਤੀਕਰਮ ਵੀ ਤੁਹਾਡੇ ਲਏ ਹੋਣਗੇ, ਇਸ ਬਾਰੇ ਕੀ ਕਹਿਣਾ ਚਾਹੋਗੇ? ਸੋ ਮੈਂ ਇੱਕ ਸ਼ੇਅਰ ਲਿਖਿਆ ਸੀ ਵੀ ਕਿਸੇ ਨੂੰ ਮਾਰਨ ਦਾ ਢੰਗ ਇਹ ਵੀ ਕਿ ਸ਼ਖਸ ਤੋਂ ਪਹਿਲਾਂ ਹੀ ਅਕਸ ਮਾਰੋ, ਸੋ ਖੁਦ 'ਚ ਪੂਰਾ ਯਕੀਨ ਰੱਖੀ। ਸੋ ਉਹਨਾਂ ਦੀ ਤਾਂ ਇਹ ਹੈ ਕਿ ਅਸੀਂ ਜੇ ਸ਼ਖਸ ਨੂੰ ਨਹੀਂ ਮਾਰ ਸਕਦੇ ਤਾਂ ਅਕਸ ਵਿਗਾੜਨ ਦੀ ਕੋਸ਼ਿਸ਼ ਕਰੋ। ਇਹ ਸਰਕਾਰ ਦੀ ਇੱਕ ਚਾਲ ਹੁੰਦੀ। ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਵੀ ਕਿੰਨੇ ਲੋਕ ਇੱਕ ਪੂਰੀ ਫੌਜ ਰੱਖੀ ਹੋਈ ਐਸੀ ਜਿਹੜੀ ਲੋਕਾਂ ਨੂੰ ਇਹੋ ਜਿਹੇ ਲੋਕਾਂ ਨੂੰ ਬਦਨਾਮ ਕਰਨ ਲਈ ਇੱਕੋ ਇਸਤੇਮਾਲ ਹੁੰਦਾ। ਪਰ ਮੈਂ ਇਸ ਗੱਲ ਦਾ ਮੈਨੂੰ ਯਕੀਨ ਹੈ ਕਿ ਅਸੀਂ ਸਮਝ ਲਓ ਗੁਰਬਾਣੀ 'ਚ ਯਕੀਨ ਕਰਦੇ ਹਾਂ ਜਾਂ ਅਸੀਂ ਇਤਿਹਾਸ 'ਚ ਯਕੀਨ ਕਰਦੇ ਹਾਂ ਤੇ ਇਹ ਹੁੰਦਾ ਕਿ ਇਹ ਜਿਹੜੇ ਜੋ ਸੰਘਰਸ਼ ਨੇ ਕਦੀ ਬੇਅਰਥ ਨਹੀਂ ਜਾਂਦੇ। ਅਸੀਂ ਆਪਣਾ ਇਤਿਹਾਸ ਦੇਖੀਏ, ਆਪਣੀ ਸ਼ਹਾਦਤਾਂ ਦਾ ਇਤਿਹਾਸ ਦੇਖੀਏ, ਕੁਰਬਾਨੀਆਂ ਦਾ, ਤੋਂ ਮੇਰਾ ਯਕੀਨ ਹੈ ਕਿ ਜਿਹੜੀ ਮਨੁੱਖਤਾ ਉਹ ਇੱਕ ਰੌਸ਼ਨੀ ਵੱਲ ਜਾ ਰਹੀ ਅਲਟੀਮੇਟਲੀ। ਰਾਹ 'ਚ ਇਹੋ ਜਿਹੇ ਮੁਕਾਮ ਆਉਂਦੇ ਜਦੋਂ ਅਸੀਂ ਡਿੱਗਦੇ ਵੀ ਹਾਂ, ਜੋ ਅਸੀਂ ਦੁੱਖ ਚੱਲਦੇ ਹਾਂ, ਪਰ ਅਸੀਂ ਇਸ ਗੱਲ 'ਚ ਯਕੀਨ ਰੱਖਦੇ ਹਾਂ ਕਿ ਅਸੀਂ ਆਪਣਾ ਰੋਲ ਸਹੀ ਤਰ੍ਹਾਂ ਦਾ ਅਦਾ ਕਰ ਰਹੇ ਹਾਂ। ਸੋ ਇਸ ਵੇਲੇ ਗੱਲ ਇਹ ਹੈ ਕਿ ਇਹ ਸਾਰੇ ਕੁਝ ਵਿੱਚੋਂ ਜਿੰਨੀ ਏਕਤਾ ਹੋਈ ਆ ਪੰਜਾਬ ਦੀ ਔਰ ਹਰਿਆਣਾ ਵੀ ਨਾਲ ਰਲ ਗਿਆ, ਮਹਾਰਾਸ਼ਟਰ ਦੇ ਲੋਕ, ਰਾਜਸਥਾਨ ਦੇ ਲੋਕ, ਮੱਧ ਪ੍ਰਦੇਸ਼ ਦੇ ਲੋਕ, ਕਿ ਇੱਕ ਜਿਹੜੀ ਇਹ ਜਿਹੜੀ ਚੀਜ਼ ਹੈ ਇਹ ਜਿਹੜਾ ਸਮਝ ਲਓ ਸਾਡੇ 'ਚ ਏਕਤਾ ਹੋਈ ਆ ਇਹਨਾਂ ਲੋਕਾਂ 'ਚ, ਉਹ ਸਾਡੀ ਰਾਜਨੀਤੀ ਨੂੰ ਵੀ ਪਲਟਣ ਦੀ ਕੋਸ਼ਿਸ਼ ਕਰੂਗੀ ਜਾਂ ਇਹਦਾ ਅਸੀਂ ਅਨੁਵਾਦ ਇਸ ਗੱਲ 'ਚ ਵੀ ਕਰ ਸਕਦੇ ਕਿ ਲੋਕ ਅੱਗੇ ਤੋਂ ਵੱਧ ਚੇਤਨ ਹੋਏ ਆ ਔਰ ਓੜ ਕੇ ਇਹਦਾ ਜਾਣੀ ਇੱਕ ਹਾਂ ਮੁਖੀ ਨਤੀਜਾ ਜ਼ਰੂਰ ਅਸੀਂ ਆਪਣੇ ਇਤਿਹਾਸ ਵਿੱਚ ਦੇਖਾਂਗੇ। ਬਿਲਕੁਲ, ਸੁਰਜੀਤ ਪਾਤਰ ਜੀ ਸਾਡੇ ਨਾਲ ਮੌਜੂਦ ਸੀਗੇ, ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਸੋ ਇਸੇ ਤਰੀਕੇ ਅਸੀਂ ਅਪਡੇਟ ਕਰਦੇ ਰਵਾਂਗੇ, ਕਿਸਾਨ ਅੰਦੋਲਨ ਦੀ ਤਸਵੀਰਾਂ ਦਿਖਾਉਂਦੇ ਰਵਾਂਗੇ। ਤੁਸੀਂ ਵੇਖਦੇ ਰਹੋ ਅਕਾਲ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।